ਲੋਕਾਂ ਦੇ ਵਿੱਚ ਇੱਕ ਬੇਭਰੋਸਗੀ ਹੈਗੀ ਆ। ਭਰੋਸਾ ਕਿਵੇਂ ਕ੍ਰੀਏਟ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਦੇ ਵਿੱਚ ਡਰ ਬਹੁਤ ਹੈਗਾ ਇਸ ਬਿਮਾਰੀ ਨੂੰ ਲੈ ਕੇ, ਕਰੋਨਾ ਦੀ ਬਿਮਾਰੀ ਨੂੰ ਲੈ ਕੇ। लाजमी है कि जब भी कोई नवी बीमारी ਹੁੰਦੀ है जिहदी कोई ट्रीटमेंट नहीं हले साइंटिफिक कम्यूनिटी वालों आई है तो एक लोगों वालों पैनिक रहिंदा है। ਅਫਵਾਹਾਂ ਬਹੁਤ ਫੈਲ ਰਹੀਆਂ ਨੇ। ਅਫਵਾਹਾਂ ਦੇ ਵਿੱਚ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਨਾਲ ਅੰਦਰ ਵਤੀਰਾ ਸਹੀ ਨਹੀਂ ਹੋ ਰਿਹਾ, ਟ੍ਰੀਟਮੈਂਟ ਸਹੀ ਨਹੀਂ ਹੋ ਰਿਹਾ, ਜਾਂ ਉਹਨਾਂ ਦੇ ਬੋਡੀ ਦੇ ਪਾਰਟ ਕੱਢੇ ਜਾ ਰਹੇ ਨੇ। ਇੱਦਾਂ ਦੀਆਂ ਬੜੀਆਂ ਅਫਵਾਹਾਂ ਨੇ। ਲੋਕਾਂ ਦੇ ਮਨ 'ਚ ਇਹ ਅੰਦੇਸ਼ੇ ਹੋਣੇ ਸੁਭਾਵਿਕ ਨੇ, ਬਿਕੋਜ਼ ਨੋਰਮਲ ਕੋਈ ਡਿਜ਼ੀਜ਼ ਹੁੰਦੀ ਹੈ ਤੇ ਉਹ ਆਪਣੇ ਰਿਸ਼ਤੇਦਾਰ ਉਹਨਾਂ ਨੂੰ ਵਿਜ਼ਿਟਿੰਗ ਆਵਰਸ ਦੇ ਵਿੱਚ ਮਿਲ ਸਕਦੇ ਹਨ। ਜਿੱਥੇ ਤੱਕ ਕੈਮਰੇਜ਼ ਦੀ ਗੱਲ ਹੈ, ਕੈਮਰੇ CCTV ਕੈਮਰੇ ਵਾਰਡਸ ਦੇ ਵਿੱਚ ਲੱਗੇ ਹੋਏ ਨੇ, ਜੋ ਕਿ ਸਾਡਾ ਸਟਾਫ, ਸਾਡੇ ਡਾਕਟਰਸ 24 ਘੰਟੇ ਮੋਨੀਟਰ ਕਰਦੇ ਨੇ। ਕਿ ਉਸ ਦਿੱਕਤ ਨੂੰ ਤੁਸੀਂ ਗਵਰਨਮੈਂਟ ਨਾਲ ਡਿਸਕਸ ਕਰ ਰਹੇ ਹੋ ਕਿ ਸਟਾਫ ਘੱਟ ਹੈਗਾ, ਪੇਸ਼ੈਂਟ ਜ਼ਿਆਦਾ ਆ ਰਹੇ ਨੇ? ਕਿਸੇ ਵੀ ਨਾਰਮਲ ਰੂਟੀਨ ਦੇ ਵਿੱਚ ਜਿਵੇਂ ਅਸੀਂ ਦੇਖੀਏ ਡਾਕਟਰਸ ਦੇ ਰਾਊਂਡਸ ਵਨਸ ਜਾਂ ਟਵਾਈਸ ਹੁੰਦੇ ਆ, ਇੱਥੇ 3 ਸ਼ਿਫਟਾਂ ਦੇ ਵਿੱਚ ਘੱਟੋ ਘੱਟ 2 ਵਾਰ ਐਟਲੀਸਟ ਡਾਕਟਰ ਸਾਰੇ ਪੇਸ਼ੈਂਟਸ ਨਾਲ ਮਿਲਦੇ ਹੈਗੇ ਆ। ਇਸ ਵਕਤ ਸਾਡੇ ਨਾਲ IAS ਆਫੀਸਰ ਸੁਬਰੀ ਮਲਿਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਪਟਿਆਲਾ ਦੇ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਉਂਕਿ ਲੋਕਾਂ ਦੇ ਵਿੱਚ ਇੱਕ ਬੇਭਰੋਸਗੀ ਹੈਗੀ ਹੈ। ਉਸ ਬੇਭਰੋਸਗੀ ਨੂੰ ਭਰੋਸੇ ਦੇ ਵਿੱਚ ਕਿਵੇਂ ਬਦਲਣਾ ਇਹਨਾਂ ਆਫੀਸਰਸ ਦੇ ਹੱਥ ਦੇ ਵਿੱਚ ਹੁੰਦਾ। ਮੈਮ, ਸਭ ਤੋਂ ਪਹਿਲਾਂ ਤਾਂ ਪਟਿਆਲਾ ਦੇ ਹਾਲਾਤ ਤੁਹਾਨੂੰ ਨਜ਼ਦੀਕ ਤੋਂ ਤੁਸੀਂ ਦੇਖ ਰਹੇ ਹੋਣੇ ਨੇ। ਲੋਕਾਂ ਦੇ ਵਿੱਚ ਇੱਕ ਬੇਭਰੋਸਗੀ ਹੈਗੀ ਆ। ਭਰੋਸਾ ਕਿਵੇਂ ਕ੍ਰੀਏਟ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਦੇ ਵਿੱਚ ਡਰ ਬਹੁਤ ਹੈਗਾ ਇਸ ਬਿਮਾਰੀ ਨੂੰ ਲੈ ਕੇ, ਕਰੋਨਾ ਦੀ ਬਿਮਾਰੀ ਨੂੰ ਲੈ ਕੇ। ਤਾਂ ਕੀ ਆਪਣੇ ਵੱਲੋਂ ਤੁਸੀਂ ਕਦਮ ਚੁੱਕ ਰਹੇ ਹੋ ਤਾਂ ਜੋ ਲੋਕਾਂ ਦੇ ਵਿੱਚ ਭਰੋਸਾ ਬਣਿਆ ਰਹੇ ਤੇ ਇਸ ਬਿਮਾਰੀ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਪੈਨਿਕ ਕ੍ਰੀਏਟ ਨਾ ਹੋ? ਕੋਵਿਡ ਨੂੰ ਹੁਣ ਆਏ ਹੋਏ ਨੂੰ ਕਰੀਬ 1 ਸਾਲ ਹੋ ਗਿਆ ਹੈ। ਲਾਜ਼ਮੀ है कि जब भी कोई नवी बीमारी ਹੁੰਦੀ ਹੈ ਜਿਹਦੀ ਕੋਈ ਟ੍ਰੀਟਮੈਂਟ ਨਹੀਂ ਹਲੇ ਸਾਇੰਟਿਫਿਕ ਕਮਿਊਨਿਟੀ ਵੱਲੋਂ ਆਈ ਹੈ ਤੇ ਇੱਕ ਲੋਕਾਂ ਵੱਲੋਂ ਪੈਨਿਕ ਰਹਿੰਦਾ ਹੈ। ਸ਼ੁਰੂ ਅਸੀਂ ਦੇਖਿਆ ਲੋਕੀ ਕੋਵਿਡ ਦੇ ਉੱਤੇ ਭਰੋਸਾ ਹੀ ਨਹੀਂ ਕਰਦੇ ਸਨ ਕਿ ਇਸ ਤਰ੍ਹਾਂ ਦੀ ਕੋਈ ਬਿਮਾਰੀ ਵੀ ਹੈ। ਹੁਣ ਧੀਰੇ ਅਸੀਂ ਦੇਖਿਆ ਲੋਕਾਂ ਦਾ ਭਰੋਸਾ ਵਧਿਆ ਹੈ ਕਿ ਡਿਜ਼ੀਜ਼ ਹੈ, ਉਹਨਾਂ ਨੇ ਐਕਨੋਲੇਜ ਕੀਤਾ ਹੈ, ਉਹਨਾਂ ਨੇ ਵੈਕਸੀਨੇਸ਼ਨਸ ਕਰਵਾਈਆਂ ਹੈਗੀਆਂ। ਕੁਝ ਟਾਈਮ ਤੇ ਬਹੁਤ ਲੋਕ ਸਾਡੇ ਕੋਲ ਹਸਪੀਟਲ ਦੇ ਵਿੱਚ ਆਏ ਹਨ, ਠੀਕ ਵੀ ਹੋ ਕੇ ਗਏ ਹਨ, ਕੁਝ ਨਹੀਂ ਵੀ ਹੋ ਪਾਏ ਸਨ। ਸੋ ਅਸੀਂ ਲੋਕਾਂ ਨੂੰ ਬਾਰ-ਬਾਰ ਇਹੀ ਕਹਿੰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਹੈਗੇ ਆ ਕੋਈ ਸਿੰਪਟਮਸ ਆਉਂਦੇ ਆ ਤੇ ਜਲਦੀ ਟੈਸਟ ਕਰਾਓ, ਐਂਡ ਜੇ ਤੁਹਾਨੂੰ ਕੋਈ ਹਾਈਪੋਕਸੀਆ ਹੁੰਦਾ ਹੈ ਤੇ ਜਿੰਨੀ ਜਲਦੀ ਹੋ ਸਕੇ ਹਸਪੀਟਲ ਭਰਤੀ ਹੋ ਤੇ ਇਹਦੀ ਟ੍ਰੀਟਮੈਂਟ ਕਰੋ। ਜਿਹੜੇ ਪੇਸ਼ੈਂਟਸ ਦੇ ਨਾਲ ਦੇ ਰਿਸ਼ਤੇਦਾਰ ਆਉਂਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਅੰਦਰ ਕਿਹੋ ਜਿਹਾ ਟ੍ਰੀਟਮੈਂਟ ਹੋ ਰਿਹਾ, ਕਿ ਸਾਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਮਿਲ ਸਕਦੀ ਹੈ, ਕਿ ਵੀਡੀਓ ਕੈਮਰਾਜ਼ ਲੱਗ ਸਕਦੇ ਨੇ, ਤਾਂ ਜੋ ਉਹਨਾਂ ਦੇ ਅੰਦਰ ਇੱਕ ਜਿਹੜਾ ਡਰ ਹੈਗਾ, ਕਿਉਂਕਿ ਅਫਵਾਹਾਂ ਬਹੁਤ ਫੈਲ ਰਹੀਆਂ ਨੇ। ਅਫਵਾਹਾਂ ਦੇ ਵਿੱਚ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਨਾਲ ਅੰਦਰ ਵਤੀਰਾ ਸਹੀ ਨਹੀਂ ਹੋ ਰਿਹਾ, ਟ੍ਰੀਟਮੈਂਟ ਸਹੀ ਨਹੀਂ ਹੋ ਰਿਹਾ, ਜਾਂ ਉਹਨਾਂ ਦੇ ਬੋਡੀ ਦੇ ਪਾਰਟ ਕੱਢੇ ਜਾ ਰਹੇ ਨੇ। ਇੱਦਾਂ ਦੀਆਂ ਬੜੀਆਂ ਅਫਵਾਹਾਂ ਨੇ। ਤਾਂ ਉਹਨਾਂ ਅਫਵਾਹਾਂ ਦਾ ਕੋਈ ਹੱਲ ਕੱਢ ਰਹੇ ਹੋ? डेफिनेटली जी, ਅਸੀਂ ਪਿਛਲੀ ਵਾਰ ਵੀ देयर वाज अ वेरी सिस्टमिक ड्राइव ऑन द पार्ट ऑफ द गवर्नमेंट टू अश्योर ਲੋਕਾਂ ਨੂੰ ਇੱਕ ਅਸ਼ੋਰੈਂਸ ਦੇਣ ਵਾਸਤੇ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ। ਲੋਕਾਂ ਦੇ ਮਨ 'ਚ ਇਹ ਅੰਦੇਸ਼ੇ ਹੋਣੇ ਸੁਭਾਵਿਕ ਨੇ, ਬਿਕੋਜ਼ ਨੋਰਮਲ ਕੋਈ ਡਿਜ਼ੀਜ਼ ਹੁੰਦੀ ਹੈ ਤੇ ਉਹ ਆਪਣੇ ਰਿਸ਼ਤੇਦਾਰ ਉਹਨਾਂ ਨੂੰ ਵਿਜ਼ਿਟਿੰਗ ਆਵਰਸ ਦੇ ਵਿੱਚ ਮਿਲ ਸਕਦੇ ਹਨ। ਲੇਕਿਨ ਇਹ ਡਿਜ਼ੀਜ਼ ਇਤਨੀ ਇਨਫੈਕਸ਼ੀਅਸ ਹੈ ਔਰ ਇਤਨੀ ਤੇਜ਼ੀ ਨਾਲ ਫੈਲਦੀ ਹੈ ਕਿ ਅਸੀਂ ਇਨਫੈਕਸ਼ਨ ਪ੍ਰੀਵੈਂਸ਼ਨ ਐਂਡ ਕੰਟਰੋਲ ਵਾਸਤੇ ਲੋਕਾਂ ਨੂੰ ਅੰਦਰ ਵਿਜ਼ਿਟ ਕਰਨ ਨਹੀਂ ਦੇ ਸਕਦੇ ਹੈਗੇ ਆ। ਜਿੱਥੇ ਤੱਕ ਕੈਮਰੇਜ਼ ਦੀ ਗੱਲ ਹੈ, ਕੈਮਰੇ CCTV ਕੈਮਰੇ ਵਾਰਡਸ ਦੇ ਵਿੱਚ ਲੱਗੇ ਹੋਏ ਨੇ, ਜੋ ਕਿ ਸਾਡਾ ਸਟਾਫ, ਸਾਡੇ ਡਾਕਟਰਸ 24 ਘੰਟੇ ਮੋਨੀਟਰ ਕਰਦੇ ਨੇ। ਲੇਕਿਨ ਫॉर ਪੇਸ਼ੈਂਟ ਕੌਨਫੀਡੈਂਸ਼ੀਅਲਿਟੀ ਰੀਜ਼ਨਸ ਅੱਜ ਕੋਈ ਵੀ ਐਸਾ ਹਸਪੀਟਲ ਨਹੀਂ ਹੈ ਜੋ ਉਹਨੂੰ ਬਾਹਰ ਡਿਸਪਲੇ ਕਰ ਰਿਹਾ ਹੋਵੇ। दैट सैड साडा एक 24 घंटे कंट्रोल रूम चलता है। ਜਿਹੜੇ ਪੇਸ਼ੈਂਟਸ ਥੋੜੇ ਮੋਡਰੇਟ ਨੇ ਉਹ ਆਪ ਹੀ ਆਪਣੇ ਫੋਨ ਤੇ ਆਪਣੇ ਰਿਲੇਟਿਵਸ ਨਾਲ ਗੱਲ ਕਰ ਸਕਦੇ ਨੇ। ਜਿਹੜੇ ਸੀਰੀਅਸ ਨੇ ਜਾਂ ਹਾਈ ਲੈਵਲਸ ਆਫ ਆਕਸੀਜਨ ਸਪੋਰਟ ਤੇ ਹੈਗੇ ਆ, ਉਹ ਆਕਸੀਜਨ ਮਾਸਕ ਲਾ ਕੇ ਗੱਲ ਕਰਨਾ ਉਹਨਾਂ ਵਾਸਤੇ ਦਿੱਕਤ ਹੈ, ਕਿਉਂਕਿ ਉਹਨਾਂ ਦੀ ਸੈਚੂਰੇਸ਼ਨ ਘਟ ਜਾਂਦੀ ਹੈ। ਕਿਤੇ ਜਿੱਥੇ ਸਾਡੀ ਰਿਕੁਐਸਟ ਆਉਂਦੀਆਂ ਹੈਗੀਆਂ, ਅਸੀਂ ਵੀਡੀਓ ਕਾਲਸ ਵੀ ਕਰਾਉਂਦੇ ਹੈਗੇ ਆ, ਕੰਟਰੋਲ ਰੂਮ ਰਾਹੀਂ ਉਹਨਾਂ ਨੂੰ ਦਿਨ ਦੇ ਵਾਈਟਲਸ ਦਾ ਸਟੇਟਸ ਵੀ ਦੱਸਦੇ ਹੈਗੇ ਆ। ਇਹ ਜ਼ਰੂਰ ਸੁਭਾਵਿਕ ਹੈ ਕਿ ਆਪਣੀ ਅੱਖਾਂ ਨਾਲ ਜੋ ਨਹੀਂ ਦੇਖ ਸਕਦਾ ਉਹਨਾਂ ਨੂੰ ਇੱਕ ਪੈਨਿਕ ਹੁੰਦਾ ਹੈ। ਟਾਈਮ ਟੂ ਟਾਈਮ ਅਸੀਂ ਉਹਨਾਂ ਦੀ ਇੱਕ ਸਾਈਕੋਲੋਜੀਕਲ ਜਿਹੜੀ ਕਾਉਂਸਲਿੰਗ ਹੈ ਰਿਲੇਟਿਵਸ ਤੇ ਪੇਸ਼ੈਂਟ ਦੋਨਾਂ ਦੀ ਕਰਾਉਂਦੇ ਹਾਂ। ਇੱਕ ਬੜੀ ਅਹਿਮ ਚੀਜ਼ ਹੈ ਕਿ ਸਰਕਾਰੀ ਤੌਰ ਤੇ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਕ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਚੀਜ਼ ਹੈਗੀ ਹੈ ਕਿ ਕਿਤੇ ਨਾ ਕਿਤੇ ਸਟਾਫ ਦੀ ਘਾਟ ਵੀ ਇੱਕ ਵੱਡੀ ਦਿੱਕਤ ਬਣ ਰਹੀ ਹੈ,
ਕਿ ਉਸ ਦਿੱਕਤ ਨੂੰ ਤੁਸੀਂ ਗਵਰਨਮੈਂਟ ਨਾਲ ਡਿਸਕਸ ਕਰ ਰਹੇ ਹੋ ਕਿ ਸਟਾਫ ਘੱਟ ਹੈਗਾ, ਪੇਸ਼ੈਂਟ ਜ਼ਿਆਦਾ ਆ ਰਹੇ ਨੇ, ਤਾਂ ਇਸ ਚੀਜ਼ ਨੂੰ ਵੀ ਇਸ ਵੇਲੇ ਟੈਕਲ ਕਰਨਾ ਚਾਹੀਦਾ, ਜ਼ਰੂਰਤ ਹੈਗੀ ਹੈ ਸਮੇਂ ਦੀ, ਕਿਉਂਕਿ ਜੇ 300 ਪੇਸ਼ੈਂਟ ਆ ਰਹੇ ਤਾਂ ਪਤਾ ਲੱਗ ਰਿਹਾ ਕਿ ਨਰਸਿਸ ਸਿਰਫ 60 ਨੇ, ਤਾਂ ਉਸ ਹਿਸਾਬ ਦੇ ਨਾਲ ਅਰੇਂਜਮੈਂਟਸ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਨੇ, ਪੈਨਿਕ ਉਹਨਾਂ ਦੇ ਉੱਪਰ ਬਰਡਨ ਵੱਧ ਜਾਂਦਾ। ਨਹੀਂ, ਐਸਾ ਨਹੀਂ ਹੈ ਜੀ, ਬਿਕੋਜ਼ ਗਵਰਨਮੈਂਟ ਨੇ ਸਾਨੂੰ ਆਊਟਸੋਰਸਿੰਗ ਐਂਡ ਕੰਟਰੈਕਚੁਅਲ ਤੌਰ ਤੇ ਵਾਰਡ ਅਟੈਂਡੈਂਟਸ ਤੇ ਹੋਰ ਨਰਸਿਸ ਲੈਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਤੇ ਉਹਨਾਂ ਦੀ ਭਰਤੀਆਂ ਕੀਤੀਆਂ ਗਈਆਂ ਹੈਗੀਆਂ। ਕਿਸੇ ਵੀ ਨਾਰਮਲ ਰੂਟੀਨ ਦੇ ਵਿੱਚ ਜਿਵੇਂ ਅਸੀਂ ਦੇਖੀਏ ਡਾਕਟਰਸ ਦੇ ਰਾਊਂਡਸ ਵਨਸ ਜਾਂ ਟਵਾਈਸ ਹੁੰਦੇ ਹੈ, ਇੱਥੇ 3 ਸ਼ਿਫਟਾਂ ਦੇ ਵਿੱਚ ਘੱਟੋ ਘੱਟ 2 ਵਾਰ ਐਟਲੀਸਟ ਡਾਕਟਰ ਸਾਰੇ ਪੇਸ਼ੈਂਟਸ ਨਾਲ ਮਿਲਦੇ ਹੈਗੇ ਆ। ਸੋ ਮਚ ਮੋਰ ਰਾਊਂਡਸ ਐਜ਼ ਨਾਰਮਲ ਆਰ ਹੈਪਨਿੰਗ ਇਨ ਦਿਸ ਹਸਪੀਟਲ। ਪੈਨਿਕ ਸਿਰਫ ਇਸ ਲਈ ਹੈ ਕਿਉਂਕਿ ਉਹ ਦੇਖ ਨਹੀਂ ਪਾਉਂਦੇ ਰਿਸ਼ਤੇਦਾਰ ਉਹਨਾਂ ਨੂੰ। ਬਹੁਤ ਸਾਰੇ ਐਸੇ ਪੇਸ਼ੈਂਟਸ ਇੱਥੋਂ ਗਏ ਨੇ ਜੋ ਰਾਜਿੰਦਰਾ ਹਸਪੀਟਲ ਦੇ ਵਿੱਚ ਹੋਇਆ ਇਲਾਜ ਤੇ ਉਹਨਾਂ ਦੀ ਇੱਥੇ ਜਿਹੜੇ ਪ੍ਰਸ਼ਾਸਨਿਕ ਪ੍ਰਬੰਧ ਹੈ ਜਿਵੇਂ ਕਿ ਖਾਣਾ ਪੀਣਾ ਐਂਡ ਅਦਰ ਨਰਸਿੰਗ ਡਿਊਟੀਜ਼ ਬਾਰੇ ਬਹੁਤ ਪੋਜ਼ਿਟਿਵ ਸਟੋਰੀਜ਼ ਵੀ ਦੇ ਰਹੇ ਹੈ। ਅਸੀਂ ਆਸ ਕਰਦੇ ਹਾਂ ਮੀਡੀਆ ਨੂੰ ਕਿ ਇੱਕ ਰਿਸਪੌਂਸਿਬਲ ਫੋਰਥ ਐਸਟੇਟ ਦੀ ਤਰ੍ਹਾਂ ਉਹਨਾਂ ਨੂੰ ਵੀ ਹਾਈਲਾਈਟ ਕਰੇ ਤਾਂ ਕਿ ਲੋਕਾਂ ਨੂੰ ਇੱਕ ਪੈਨਿਕ ਕ੍ਰੀਏਟ ਨਾ ਹੋਵੇ ਅਤੇ ਉਹ ਪਬਲਿਕ ਹੈਲਥ ਦੇ ਦੇਖਦੇ ਹੋਏ ਹਸਪੀਟਲ ਆਉਣ ਤੋਂ ਗੁਰੇਜ਼ ਨਾ ਕਰਨ। ਬੜਾ ਅਹਿਮ ਸਵਾਲ ਹੈ ਕਿ ਪਟਿਆਲਾ ਦੇ ਵਿੱਚ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਮਲਟੀ ਸਪੈਸ਼ਲਿਸਟ ਬਿਲਡਿੰਗ ਜਿਹੜੀ ਆ ਉਹ ਤਿਆਰ ਹੈਗੀ ਬਣ ਕੇ, ਪਰ ਉਹਦੇ ਵਿੱਚ ਕਹਿੰਦੇ ਨੇ ਕਿ ਸਿਰਫ 2 ਸੈਕਸ਼ਨ ਚੱਲ ਰਹੇ ਨੇ, ਬਾਕੀ ਸਟਾਫ ਦੀ ਕਮੀ ਕਰਕੇ ਹਲੇ ਪੂਰਾ ਉਹ ਹਸਪੀਟਲ ਐਕਟੀਵਿਟੀ ਉੱਥੇ ਨਹੀਂ ਹੋ ਰਹੀ, ਤਾਂ ਉਹਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਕਿ ਉਹਨੂੰ ਵੀ ਪੂਰਾ ਐਕਟੀਵੇਟ ਕੀਤਾ ਜਾ ਰਿਹਾ। ਰਾਈਟ ਨਾਓ ਦ ਮਲਟੀ ਸਪੈਸ਼ਲਿਟੀ ਹਸਪੀਟਲ ਹੈਜ਼ ਬੀਨ ਈਅਰਮਾਰਕਡ ਫॉर ਕੋਵਿਡ ਫੈਸਿਲਿਟੀ ਬਿਕੋਜ਼ ਅਸੀਂ ਜਾਣਦੇ ਹਾਂ ਕਿ ਇਸ ਸਰਜ ਦੇ ਵਿੱਚ ਪੇਸ਼ੈਂਟ ਲੋਡ ਔਰ ਸੀਰੀਅਸ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਵੱਧ ਗਿਆ ਹੈ। ਸੋ for the foreseeable future that building has been reserved for covid patients ਜੀ। ਲਾਸਟ ਸਵਾਲ ਮੈਮ ਕਿ ਜਿਸ ਤਰੀਕੇ ਨਾਲ ਕੁਝ ਪੇਸ਼ੈਂਟਸ ਦੇ ਅਟੈਂਡੈਂਟ ਜਿਹੜੇ ਆ ਰਹੇ ਨੇ ਉਹ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਾਡਾ ਪੇਸ਼ੈਂਟ ਚੰਗਾ ਭਲਾ ਅੰਦਰ ਗਿਆ ਸੀ, ਡੈੱਡ ਬੋਡੀ ਬਣ ਕੇ ਬਾਹਰ ਆਇਆ, ਤਾਂ ਇਹ ਸਵਾਲ ਬਹੁਤ ਦੁਖਦਾਈ ਹੈਗਾ ਉਹਨਾਂ ਦੇ ਲਈ। ਤਾਂ ਇਦਾਂ ਦੀ ਕੰਡੀਸ਼ਨ ਕਿਉਂ ਹੈਗੀ, ਡੈਥ ਰੇਟ ਇੱਕਦਮ ਕਿਉਂ ਵੱਧ ਰਿਹਾ ਹੈਗਾ, ਜਾਂ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਹਦਾ ਮੇਜਰ ਕਾਰਨ ਕੀ ਸਮਝ ਆ ਰਿਹਾ? ਮੈਂ ਦੱਸਦੀ ਹਾਂ ਜੀ, ਇੱਥੇ ਜੇ ਆਪਾਂ ਓਵਰਆਲ ਇੱਕ ਕੰਟਰੀ ਲੈਵਲ 'ਤੇ ਦੇਖੀਏ डेथ रेट इज़ प्रिटी मच द सेम क्योंकि राजिंद्रा एक टर्शरी हॉस्पिटल है। साढ़े कोल जिन्ने होम आइसोलेटेड जेडे माइल्ड सिम्पटम्स वाले केसेस है वो नहीं आते, साढ़े कोल मेजोरिटी वेरी वेरी सीरीयस पेशेंट्स ही आते ने। तो पिछली पीक दे विच जे साढ़े 80-85 जे सीरीयस पेशेंट होंदे सीगे उस वेले जेडी डेथ रेट सी हुण साढ़े कोल 3 गुना साढ़े कोल उन्ने सीरीयस पेशेंट है, बट डेथ रेट हैज़ गॉन अप बाय 2 गुना। ਅਸੀਂ ਮੰਨਦੇ ਹੈਗੇ ਹਾਂ ਜੀ ਡੈਥਸ ਹੋ ਰਹੀਆਂ, ਬਟ ਆਈ ਕੈਨ ਅਸ਼ੋਰ ਯੂ ਕਿ ਜੋ ਪ੍ਰੋਟੋਕੋਲਸ ਹੈ ਮੈਡੀਕਲ ਦੇ ਆਰ ਫੋਲੋਡ ਵੈਰੀ ਸਟ੍ਰਿੰਜੈਂਟਲੀ 24 ਘੰਟੇ, ਤੇ ਜਿੰਨਾ ਡਾਕਟਰਾਂ ਦੇ ਹੱਥ ਦੇ ਵਿੱਚ ਹੈ ਉਹ ਪੂਰੇ ਯਤਨ ਕਰ ਰਹੇ ਨੇ ਲੋਕਾਂ ਦੀ ਜਾਨ ਬਚਾਉਣ ਵਾਸਤੇ। ਸ਼ੁਕਰੀਆ। ਸੋ ਇਹ ਸਨ ਸੁਰਭੀ ਮਲਿਕ, ਸਾਫ਼ ਤੌਰ ਤੇ ਕਹਿੰਦੇ ਨੇ ਕਿ ਅਸੀਂ ਆਪਣੇ ਤੌਰ ਤੇ ਜਿੰਨੀ ਕੋਸ਼ਿਸ਼ ਸਾਡੇ ਤੋਂ ਬਣਦੀ ਆ ਉਹ ਕਰ ਰਹੇ ਹਾਂ, ਸ਼ੰਕੇ ਦੂਰ ਕਰ ਰਹੇ ਹਾਂ। ਵੀਡੀਓਗ੍ਰਾਫੀ ਦੀ ਜੇ ਅਸੀਂ ਗੱਲ ਕਰੀਏ, ਕੈਮਰਿਆਜ਼ ਦੀ ਗੱਲ ਕਰੀਏ ਤਾਂ ਲੱਗੇ ਹੋਏ ਨੇ, ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਦਿਖਾਇਆ ਵੀ ਜਾ ਰਿਹਾ। ਇੱਕ ਸਿੱਧੇ ਤੌਰ ਤੇ ਕੰਟਰੋਲ ਰੂਮ ਵੀ ਸੈਟਅਪ ਕੀਤਾ ਹੋਇਆ ਹੈ ਤਾਂ ਜੋ ਲੋਕਾਂ ਦੇ ਅੰਦਰ ਜਿਹੜੀ ਬੇਭਰੋਸਗੀ ਆ ਉਹਨੂੰ ਖਤਮ ਕੀਤਾ ਜਾਵੇ। ਸਵਾਲ ਤਮਾਮ ਜਿਹੜੇ ਲੋਕਾਂ ਦੇ ਜ਼ਿਹਨ ਦੇ ਵਿੱਚ ਸੀਗੇ ਉਹ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਵੱਲੋਂ ਸਾਰਾ ਪੱਖ ਬੜੇ ਬੇਬਾਕੀ ਦੇ ਨਾਲ ਬੜੀ ਕਲੀਅਰ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ ਦੱਸਿਆ ਹੈਗਾ ਕਿ ਕਿਸ ਤਰੀਕੇ ਦੇ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਟੈਕਲ ਕੀਤਾ ਜਾ ਰਿਹਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਦਲਵੀਰ ਤੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਪਟਿਆਲਾ।